ਵਿੱਚ ਗੇਮਸ ਹੋਈਆਂ ਸੀ। ਇਨ੍ਹਾਂ ਗੇਮਸ ਦੇ ਵਿੱਚ ਇਨ੍ਹਾਂ ਬੱਚਿਆਂ ਨੇ ਪੰਜਾਬ ਦੇ ਲਈ ਜੋ ਬਾਜ਼ੀ ਮਾਰੀ ਹੈ, ਗੋਲਡ ਜਿੱਤਿਆ, ਸਿਲਵਰ ਜਿੱਤਿਆ, ਬ੍ਰਾਊਨਜ਼ ਜਿੱਤਿਆ ਤੇ ਇਸ ਬਾਜ਼ੀ ਨੇ ਕਹਿ ਦਿੰਦੇ ਆ ਤਖਤਾ ਪਲਟ ਕਰਨਾ, ਉਹ ਤਖਤਾ ਪਲਟ ਕਰਤਾ ਤੇ ਮੈਨੂੰ ਬਹੁਤ ਅੱਛੀ ਲੱਗੀ। ਤੇ ਉਹਦੇ ਨਾਲ ਮੈਂ ਸ਼ੂਟਿੰਗ ਦੇ ਨਾਲ ਆਰਚਰੀ ਦੇ ਵੀ ਜਿਹੜੇ ਬੱਚਿਆਂ ਨੂੰ ਕੋਚਿੰਗ ਦੇਣੀ ਸ਼ੁਰੂ ਕੀਤੀ ਤੇ ਕੀਤਾ ਸ਼ੌਂਕ ਵੱਲੋਂ ਸੀਗਾ ਜੀ, ਪਰ ਆਂਦੇ ਦੇ ਸਾਡਾ ਪੈਸ਼ਨ ਬਣ ਗਿਆ ਤੇ ਬਾਬਾ ਜੀ ਦੀ ਕਿਰਪਾ ਨਾਲ ਸਾਡਾ ਰਿਜ਼ਲਟ ਆਇਆ ਸੀ ਇੰਟਰਨੈਸ਼ਨਲ ਲੈਵਲ ਤੇ ਸਾਡੇ ਬੱਚੇ ਛਾ ਗਏ। सफ़र बहुत हार्ड था उधर अचीव करना। पहले हमें ट्रायल्स पे जाना पड़ा था, फिर उस पे compete करने के लिए हम नेशनल्स पे गए थे। बहुत स्ट्रेसफुल था, बट परवेज जोशी सर ने हमें कंफर्टेबल बना के हमें उधर तक रीच करवा दिया था। प्राउड फीलिंग थी बहुत अंदर से, अंदर से मैं इतनी हैप्पी हुई थी कि इतनी जो प्रैक्टिस करी थी हमने डेज थ्रू, वो सारी पेड ऑफ हो गई थी जो अभी हमने करा। तो अभी जब आप आए यहाँ पे वापस इंडिया, फ्रेंड से मिले? यस। कैसे, क्या कहा उन्होंने? उन्होंने कहा वाओ कंग्रेचुलेशंस रोहाना। मैम आप स्कूल चले आने, मैम साडी स्कूलों छुट्टी होंदी है मैम 2 साढ़े 2 बजे। तो मैम फिर आप 3 बजे घरे पहुंचते हैं मैम। उस तो बाद मैम आप थोड़ी देर रेस्ट करते हैं जी, आप मैम 5 बजे तक मैम अकेडमी चले आने। बहुत अच्छा नाइस वेलकम था। सारों के पेरेंट्स उधर थे और मेरे फादर भी उधर थे, मेरे लिए वेट कर रहे थे एंड बहुत हैप्पी मोमेंट था। तो उसके अंदर फिर मैंने सोचा कि कुछ और गेम करते हैं, तो मैं सर के अंदर यहाँ पे एकेडमी खुली तो मैंने ऐसे गया अंदर। फिर मैंने मम्मा को बोला मम्मा मुझे शूटिंग करनी है। फिर मैंने कहा, मम्मा ने बोला कि क्या करेगा शूटिंग करके। फिर मम्मा कहते कि मैंने बोला मम्मा मुझे आर्मी में जाना है, फिर उससे एडवांटेज होगा। बहुत एनर्जी चाहिए थी सानू, क्योंकि वो फॉरेस्ट जाते थे हम, तो फिर उधर थोड़ा को डेंजर होता था, बट मैंने मेट कर दिया था उसको कि हो गया। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਇਸ ਵੇਲੇ ਗੇਮਸ ਦੀ ਜੇ ਅਸੀਂ ਗੱਲ ਕਰੀਏ, ਛੋਟੇ ਬੱਚੇ ਤੋਂ ਲੈ ਕੇ ਵੱਡੇ ਤੁਸੀਂ ਨਾਮ ਸੁਣੇ ਹੋਣਗੇ ਤੇ ਹੁਣ ਸਾਡੇ ਸਟੂਡੀਓ ਦੇ ਵਿੱਚ ਕੁਝ ਨਿੱਕੇ ਬੱਚੇ ਮੌਜੂਦ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ। ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਨਹੀਂ ਤੇ ਪਰ ਦੇਖਿਆ ਜਾਵੇ ਜਰਮਨੀ ਦੇ ਵਿੱਚ ਗੇਮਸ ਹੋਈਆਂ ਸੀ। ਇਨ੍ਹਾਂ ਗੇਮਸ ਦੇ ਵਿੱਚ ਇਨ੍ਹਾਂ ਬੱਚਿਆਂ ਨੇ ਪੰਜਾਬ ਦੇ ਲਈ ਜੋ ਬਾਜ਼ੀ ਮਾਰੀ ਹੈ, ਗੋਲਡ ਜਿੱਤਿਆ, ਸਿਲਵਰ ਜਿੱਤਿਆ, ਬ੍ਰਾਊਨਜ਼ ਜਿੱਤਿਆ ਤੇ ਇਸ ਬਾਜ਼ੀ ਨੇ ਕਹਿ ਦਿੰਦੇ ਆ ਤਖਤਾ ਪਲਟ ਕਰਨਾ, ਉਹ ਤਖਤਾ ਪਲਟ ਕਰਤਾ। ਤੇ ਕੁਝ ਬੱਚੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਜਰਮਨੀ ਦੇ ਵਿੱਚ ਉਹਨਾਂ ਦੀ ਗੇਮਸ ਨੂੰ ਲੈ ਕੇ। ਤੇ ਬੱਚੀ ਜਿਸਨੇ ਗੋਲਡ ਜਿੱਤਿਆ ਰੂਹਾਨਾ, ਉਹ ਸਾਡੇ ਨਾਲ ਮੌਜੂਦ ਹੈ। ਪ੍ਰਥਮ ਉਹ ਸਾਡੇ ਨਾਲ ਮੌਜੂਦ ਹੈ ਗੁਰਨੂਰ, ਤੇ ਉਹਨਾਂ ਦੇ ਮੇਨ ਜਿਨ੍ਹਾਂ ਨੇ ਕੋਚ ਨੇ ਜੋ ਸਭ ਕੁਝ ਸਿਖਾਇਆ ਉਹ ਸਾਡੇ ਨਾਲ ਮੌਜੂਦ ਨੇ ਪ੍ਰਵੇਸ਼ ਜੋਸ਼ੀ ਜੀ। ਸਭ ਤੋਂ ਪਹਿਲਾਂ ਸਰ ਮੈਂ ਤੁਹਾਡੇ ਨਾਲ ਸ਼ੁਰੂ ਕਰੂੰਗੀ। ਇਸ ਸਭ ਦੀ ਸ਼ੁਰੂਆਤ ਕਿੱਦਾਂ ਹੋਈ, ਕਿੱਦਾਂ ਤੁਸੀਂ ਸ਼ੁਰੂਆਤ ਕੀਤੀ, ਕਿਸ ਤਰ੍ਹਾਂ ਕੀਤਾ ਹੈ ਨਾ, ਤੇ ਅੱਜ ਜਰਮਨੀ ਦੇ ਵਿੱਚ ਬਾਜ਼ੀ ਮਾਰੀ ਗਈ? ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਇਹ ਹੈ ਜੀ ਸਾਡਾ ਜਿਹੜਾ ਆਲਰੇਡੀ ਅਸੀਂ ਸ਼ੂਟਿੰਗ ਦਾ ਸੈਂਟਰ ਚੱਲ ਰਿਹਾ ਸੀਗਾ ਤੇ ਮੇਰਾ ਇੱਕ ਡ੍ਰੀਮ ਸੀਗਾ। ਮੈਂ ਫੇਸਬੁੱਕ ਤੇ ਨੈੱਟ ਤੇ ਦੇਖਿਆ, ਟ੍ਰੈਡੀਸ਼ਨਲ ਆਰਚਰੀ ਬਾਰੇ ਥੋੜ੍ਹਾ ਸਟੱਡੀ ਕੀਤਾ ਤੇ ਮੈਨੂੰ ਬਹੁਤ ਅੱਛੀ ਲੱਗੀ। ਤੇ ਉਹਦੇ ਨਾਲ ਮੈਂ ਸ਼ੂਟਿੰਗ ਦੇ ਨਾਲ ਆਰਚਰੀ ਦੇ ਵੀ ਜਿਹੜੇ ਬੱਚਿਆਂ ਨੂੰ ਕੋਚਿੰਗ ਦੇਣੀ ਸ਼ੁਰੂ ਕੀਤੀ ਤੇ ਕੀਤਾ ਸ਼ੌਂਕ ਵੱਲੋਂ ਸੀਗਾ ਜੀ, ਪਰ ਆਂਦੇ ਦੇ ਸਾਡਾ ਪੈਸ਼ਨ ਬਣ ਗਿਆ ਤੇ ਬਾਬਾ ਜੀ ਦੀ ਕਿਰਪਾ ਨਾਲ ਸਾਡਾ ਰਿਜ਼ਲਟ ਆਇਆ ਸੀ ਇੰਟਰਨੈਸ਼ਨਲ ਲੈਵਲ ਤੇ ਸਾਡੇ ਬੱਚੇ ਛਾ ਗਏ। ਤੇ ਸਰ ਹੁਣ ਜਿਹੜਾ ਟ੍ਰੈਡੀਸ਼ਨਲ ਆਰਚਰੀ ਬਾਰੇ ਗੱਲ ਕੀਤੀ ਜਾਵੇ ਤੇ ਨਿੱਕੇ ਬੱਚੇ ਨੇ, ਇਹ ਕਿਸ ਤਰ੍ਹਾਂ ਇਹਨਾਂ ਦਾ ਇੰਨਾ ਇੰਟਰਸਟ ਬਣ ਗਿਆ ਇਹਦੇ ਵਿੱਚ ਤੇ ਕਿੰਨੇ ਟਾਈਮ ਦੇ ਵਿੱਚ ਇੱਥੋਂ ਤੱਕ ਪਹੁੰਚਣ ਦੇ ਵਿੱਚ ਲੱਗਾ, ਕਿੰਨਾ ਟਾਈਮ? ਐਕਚੁਅਲੀ ਜੀ ਇਹ ਬੱਚੇ ਜਿਹੜੇ ਸੀਗੇ ਆਲਰੇਡੀ ਮੇਰੇ ਕੋਲ 2 ਸਾਲ ਤੋਂ ਸ਼ੂਟਿੰਗ ਕਰ ਰਿਹਾ ਤੇ ਇਸ ਦੇ ਨਾਲ ਮੈंने ਟ੍ਰੈਡੀਸ਼ਨਲ ਆਰਟਸ ਦੇ ਵਿੱਚ ਵੀ ਇਹਨਾਂ ਦਾ ਹੱਥ ਬਹੁਤ ਸਾਫ਼ ਸੀਗਾ ਤੇ ਸਾਡੇ 3 ਬ੍ਰਾਂਚਿਸ ਬਣੀ ਪਈ ਹੈ ਤੇ ਇਹਨਾਂ ਦੇ ਫਿਰ ਜਦੋਂ ਉੱਥੇ ਟ੍ਰਾਇਲ ਲਿੱਤੇ, ਟੈਸਟ ਲਿੱਤਾ ਤੇ ਇਹਨਾਂ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਆਰਚਰੀ ਦੇ ਵਿੱਚ ਤੇ ਕੀਤਾ ਅਸੀਂ ਸ਼ੌਂਕ ਵੱਲੋਂ ਸ਼ੁਰੂ ਸੀਗਾ, ਪਰ ਕਰਦੇ ਬੱਚਿਆਂ ਦਾ ਪੈਸ਼ਨ ਬਣ ਗਿਆ ਜੀ ਤੇ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਨੂੰ ਆਰਚਰੀ ਨੂੰ ਸ਼ੁਰੂ ਕੀਤਾ ਤੇ ਅੱਜ ਜਿਹਦੇ ਰਿਜ਼ਲਟ ਵੱਲੋਂ ਇੰਟਰਨੈਸ਼ਨਲ ਲੈਵਲ ਤੇ ਬੱਚੇ ਅੱਛਾ ਪਰਫਾਰਮ ਕਰਕੇ ਆਏ ਜੀ। ਸਰ ਇੱਕ ਤਰ੍ਹਾਂ ਤੁਸੀਂ ਕਿਹਾ ਕਿ ਸ਼ੂਟ ਤੋਂ ਬਾਅਦ ਟ੍ਰੈਡੀਸ਼ਨਲ ਆਰਚਰੀ ਦੇ ਵਿੱਚ, ਤੇ ਮੈਨੂੰ ਲੱਗਦਾ ਕਈ ਲੋਕਾਂ ਨੂੰ ਲੱਗਦਾ ਹੋਏਗਾ ਕਾਫੀ ਸਿਮਿਲਰ ਚੀਜ਼ਾਂ ਨੇ, ਮੈਨੂੰ ਜਿਹਨਾਂ ਨੂੰ ਸਪੋਰਟਸ ਬਾਰੇ ਜ਼ਿਆਦਾ ਨਹੀਂ ਪਤਾ ਹੈ ਨਾ, ਤੇ ਸਰ ਇਹਨਾਂ ਦੇ ਡਿਫਰੈਂਸ ਜੇ ਜਾਣੀਏ ਕਿ ਕਿਸ ਤਰ੍ਹਾਂ 6 ਮਹੀਨੇ ਤੁਸੀਂ ਕਿਹਾ ਨਾ 6 ਮਹੀਨੇ ਦਾ ਸਮਾਂ ਲੱਗਾ ਤੇ ਕਿਸ ਤਰ੍ਹਾਂ ਇੱਕ ਜਿਹੜਾ ਬਦਲਾਵ ਕਿਸ ਤਰ੍ਹਾਂ ਇਹਨਾਂ ਨੂੰ ਰਿਹਾ?
ਐਕਚੁਅਲੀ ਜੀ ਇਹ ਜਿਹੜੀ ਸ਼ੂਟਿੰਗ ਔਰ ਆਰਚ ਜਿਹੜੀ ਗੇਮ ਹੈ ਇਹ ਸਿਮਿਲਰ ਇਹਨਾਂ ਵਿੱਚ ਜ਼ਿਆਦਾਤਰ ਮੈਡੀਟੇਸ਼ਨ ਦੀ ਲੋੜ ਹੁੰਦੀ ਹੈ ਜੀ, ਧਿਆਨ ਦੀ ਲੋੜ ਹੁੰਦੀ ਹੈ। ਦੋਨਾਂ ਦੇ ਜਿਹੜੇ ਟੈਕਨੀਕ ਹੁੰਦੇ ਆ ਮੋਸਟਲੀ ਸੇਮ ਹੁੰਦੀ ਹੈ ਜੀ। ਤੇ ਐਕਚੁਅਲੀ ਗੱਲ ਉਦੋਂ ਸ਼ੁਰੂ ਹੋਈ 2016 ਦੇ ਵਿੱਚ ਮੇਰੇ ਕੋਲ ਇੱਕ ਅੰਤਰਰਾਸ਼ਟਰੀ ਆਰਚਰ ਜਿਹੜਾ ਸੀਗਾ ਉਹ ਸ਼ੂਟਿੰਗ ਦੀ ਟ੍ਰੇਨਿੰਗ ਲੈਣ ਵਾਸਤੇ ਮੇਰੇ ਸੈਂਟਰ 'ਚ ਆਇਆ। ਤੇ ਫਿਰ ਮੈਂ ਉਸ ਕੋਲੋਂ ਪੁੱਛਿਆ ਵੀ ਤੂੰ ਤਾਂ ਬੜਾ ਅੱਛਾ ਆਰਚਰ ਹੈ, ਇੰਟਰਨੈਸ਼ਨਲ ਲੈਵਲ ਤੇ ਤੂੰ ਏਸ਼ੀਅਨ ਗੇਮਸ ਵਰਲਡ ਕੱਪ ਲੈਵਲ ਤੇ ਤੂੰ ਖੇਡ ਰਿਹਾ। ਫਿਰ ਉਹਨੇ ਮੈਨੂੰ ਦੱਸਿਆ ਵੀ ਜਦੋਂ ਅਸੀਂ ਆਰਚਰੀ ਇੱਕ ਚੀਜ਼ ਨੂੰ ਕਰਕੇ ਜਦੋਂ ਅਸੀਂ ਬੋਰ ਹੋ ਜਾਂਦੇ ਹਾਂ ਨਾ ਤਾਂ ਸਾਡਾ ਜਿਹੜਾ ਸਕੋਰ ਹੈਗਾ ਉਹ ਸਟੇਬਲ ਹੋ ਜਾਂਦਾ ਹੈ। ਤਾਂ ਫਿਰ ਸਾਡੇ ਜਿਹੜੇ ਕੋਚਿਸ ਹੈ ਇੰਟਰਨੈਸ਼ਨਲ ਲੈਵਲ ਦੇ ਕੋਚਿਸ ਹੈ ਉਹ ਸਾਨੂੰ ਥੋੜ੍ਹੀ ਹਫ਼ਤਾ 10 ਦਿਨ ਵਾਸਤੇ ਗੇਮ ਚੇਂਜ ਕਰਨ ਵਾਸਤੇ ਦੱਸਦੇ ਆ। ਸੋ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਜੀ, ਇਸ ਕਰਕੇ ਮੈਂ ਸ਼ੌਂਕੀਆ ਤੌਰ 'ਤੇ ਨਾਲ ਮੈਂ ਆਰਚ ਦਾ ਸੈਟਅਪ ਲਗਾਇਆ ਵੀ ਚਲੋ ਜਦੋਂ ਸਾਡੇ ਬੱਚੇ ਵੀ ਮੇਰੇ ਕੋਲ ਵੀ ਜਿਹੜੇ ਹੈਗੇ ਆ ਕਈ ਬੱਚੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਚੁੱਕੇ ਆ। ਲੇਟੈਸਟ ਹੁਣ ਮੇਰਾ ਇੱਕ ਲੜਕਾ ਅਰਜੁਨ ਸਿੰਘ ਚੀਮਾ ਮੇਰਾ ਤਿਆਰ ਕੀਤਾ ਸ਼ੂਟਰ ਜਿਹੜਾ ਹੈਗਾ ਜੀ ਉਹ ਏਸ਼ੀਅਨ ਗੇਮਸ ਵਾਸਤੇ ਸਿਲੈਕਟ ਹੋ ਗਿਆ। ਸੋ ਉਹਨਾਂ ਦੇ ਵਾਸਤੇ ਵੀ ਉਹ ਬੱਚਾ ਦਾ ਸਕੋਰ ਸਟੇਬਲ ਹੋ ਕੇ ਜਦੋਂ ਬੋਰ ਹੋ ਜਾਂਦੇ ਸੀਗੇ ਤਾਂ ਅਸੀਂ ਸ਼ੌਂਕੀਆ ਤੌਰ 'ਤੇ ਨਾਲ ਅਸੀਂ ਆਰਚਰੀ ਸ਼ੁਰੂ ਕਰ ਲੈਂਦੇ ਸੀਗੇ। ਪਰ ਸਾਡਾ ਹੌਲੀ ਹੌਲੀ ਇੰਟਰਸਟ ਬਣ ਗਿਆ ਜੀ, ਪੈਸ਼ਨ ਬਣ ਗਿਆ, ਅਸੀਂ ਇਹਨੂੰ ਪ੍ਰੋਫੈਸ਼ਨਲ ਤੌਰ 'ਤੇ ਵੀ ਸ਼ੁਰੂ ਕਰ ਦਿੱਤਾ ਨਾਲ। ਤੇ ਹੁਣ ਜਰਮਨੀ ਦੇ ਵਿੱਚ ਗੇਮਸ ਹੋਈਆਂ ਤੇ ਨਿੱਕੇ ਨਿੱਕੇ ਬੱਚੇ ਇਹ ਮਤਲਬ ਕਿਸ ਤਰ੍ਹਾਂ ਇਹ ਕਿੰਨਾ ਟਫ ਵੀ ਰਿਹਾ ਇਹਨਾਂ ਨੂੰ ਸਿਖਾਉਣਾ, ਕਿਉਂਕਿ ਸ਼ੂਟਿੰਗ ਤੋਂ ਬਾਅਦ ਟ੍ਰੈਡੀਸ਼ਨਲ ਆਰਚਰੀਜ਼ ਦੇ ਵਿੱਚ ਆਣਾ ਕਾਫੀ ਡਿਫਰੈਂਟ ਹੋ ਗਿਆ। ਹਾਂਜੀ ਐਕਚੁਅਲੀ ਜੀ ਆਪਾਂ ਨੂੰ ਛੋਟੇ ਬੱਚੇ ਲੱਗ ਰਹੇ ਉਰੇ ਇੰਡੀਆ ਦੇ ਵਿੱਚ, ਬਟ ਜਦੋਂ ਅਸੀਂ ਫੋਰਨ ਖੇਡਣਗੇ ਤਾਂ ਉੱਥੇ ਬਹੁਤ ਜ਼ਿਆਦਾ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਇਹਨਾਂ ਤੋਂ ਵੀ ਛੋਟੇ ਛੋਟੇ ਬੱਚੇ ਜਿਹੜੇ ਉਹ ਇੰਟਰਸਟ ਦੇ ਨਾਲ ਜਿਹੜੀ ਆਰਚਰੀ ਕਰਦੇ ਸੀਗੇ ਜੀ। ਤੇ ਅਰਾਊਂਡ ਤੁਸੀਂ ਯਕੀਨ ਨਹੀਂ ਮੰਨੋਗੇ ਇੰਨਾ ਵੱਡਾ ਟੂਰਨਾਮੈਂਟ ਮੈਂ ਆਪਣੀ ਲਾਈਫ ਦੇ ਵਿੱਚ ਫਸਟ ਟਾਈਮ ਅਸੀਂ ਉੱਥੇ ਦੇਖ ਕੇ ਆਏ ਸੀ, ਖੇਡ ਕੇ ਆਇਆ। ਸੋ 100 ਏਕੜ ਦੇ ਵਿੱਚ ਜਿਹੜਾ ਸੀਗਾ ਉਹ ਉੱਥੇ ਗਰਾਊਂਡ ਬਣਿਆ ਪਿਆ ਸੀਗਾ ਜੀ। ਤੇ ਰੂਟੀਨ ਦੇ ਵਿੱਚ ਅਸੀਂ 13-14 ਕਿਲੋਮੀਟਰ ਜਿਹੜੇ ਬੱਚੇ ਸੀਗੇ ਜਾ ਕੇ ਸ਼ੂਟ ਕਰਕੇ ਆਉਂਦੇ ਸੀਗੇ। ਤੇ ਸੋ ਛੋਟੇ ਛੋਟੇ ਬੱਚੇ ਉੱਥੇ ਬਹੁਤ ਇੰਟਰਸਟ ਦੇ ਨਾਲ ਗੇਮ ਕਰਦੇ ਸੀਗੇ ਜੀ। ਸੋ ਦੇਖ ਕੇ ਬਹੁਤ ਖੁਸ਼ੀ ਹੋਈ ਤਾਂ ਸਾਡੇ ਬੱਚਿਆਂ ਨੇ ਵੀ ਉੱਥੇ ਅੱਛਾ ਪ੍ਰਦਰਸ਼ਨ ਕੀਤਾ ਜੀ। ਤੇ ਸਾਡੀ ਹੁਣ 골ਡ ਮੈਡਲਿਸਟ ਰੂਹਾਨਾ, ਕੀ ਕਹਿਣਾ ਚਾਹੋਗੇ, ਕਿੱਦਾਂ ਦਾ ਰਿਹਾ ਤੁਹਾਡਾ ਇਹ ਸਫ਼ਰ ਪਹਿਲਾਂ ਦਾ? सफ़र बहुत हार्ड था उधर अचीव करना। पहले हमें ट्रायल्स पे जाना पड़ा था, फिर उस पे compete करने के लिए हम नेशनल्स पे गए थे। बहुत स्ट्रेसफुल था, बट परवेज जोशी सर ने हमें कंफर्टेबल बना के हमें उधर तक रीच करवा दिया था। डर लगा यस, कितना? बहुत। और क्या मतलब है ना, आपका इसमें एक इंटरेस्ट कैसा बना है ना इसमें? इंटरेस्ट सर, हम छोटे छोटे बच्चे पहले सर खुद करते थे, फिर हमें इंटरेस्ट पै गया था। सर ने हमें बोला कि ट्राई कर सकते हैं उधर जाने के लिए, तो फिर उधर से हमारा इंटरेस्ट बन गया था। आप कितने साल के हो? मैं 11 इयर्स के हो। किसको फॉलो किया ना इतना कि आप आज आप गोल्ड मेडलिस्ट बन गए? मैंने सर को फॉलो करा, फिर सर जो को मेरे follow- सर को सीनियर्स मिले थे। कैसे आप? शूटिंग करते मैंने राइफल पे इंटरेस्ट आया था, फिर सर थे उधर के कोच, तो उनके साथ फ्रेंडशिप बन गई थी। तो सर के साथ आपका बॉन्ड कैसा रहा? सर के साथ बॉन्ड बहुत अच्छा था। बहुत अच्छा था। डर लगता था? नहीं, नहीं इतना लगता नहीं था, इतना नहीं था, मतलब था। ज़्यादा भी नहीं था, मुझे लगता कुछ है नहीं सर से ज्यादा था। आप यहाँ डर रहे हो। अच्छा, जब आप गेम्स खेलने गए थे, जर्मनी गए थे, वहाँ डर लगा? यस, यहाँ डर लग रहा है? नर्वसनेस। नर्वसनेस हो रही है। यस, जब आप गोल्ड जीते तब कैसा था? प्राउड फीलिंग? प्राउड फीलिंग थी बहुत अंदर से। लाइक अंदर से मैं इतनी हैप्पी हुई थी कि इतनी जो प्रैक्टिस करी थी हमने डेज थ्रू, वो सारी पेड ऑफ हो गई थी जो अभी हमने करा। मतलब सब कुछ खत्म, मतलब एक अच्छा लगता हुआ नजर, खुशी। हाँ, खुशी बहुत थी तब। तो अभी जब आप आए यहाँ पे वापस इंडिया, फ्रेंड से मिले, यस, कैसे, क्या कहा उन्होंने? उन्होंने कहा वाओ कंग्रेचुलेशंस रोहाना। जब आप आए यहाँ पे, जब आप एयरपोर्ट पे उतरे, कैसा वेलकम हुआ? बहुत अच्छा नाइस वेलकम था। सारों के पेरेंट्स उधर थे और मेरे फादर भी उधर थे, मेरे लिए वेट कर रहे थे, एंड बहुत हैप्पी मोमेंट था। अच्छा, शूटिंग से आप ट्रेडिशनल आर्चरीज में गए, हम्म। प्रॉब्लम आई? बस थोड़ी को प्रॉब्लम होती थी बिकॉज उनमें बहुत डिफरेंस होता था। तो कैसा डिफरेंस? लाइक राइफल डिफरेंट है और जो आर्चरी है वो भी डिफरेंट चलती है, तो उसकी वजह से तो कितने टाइम लगा आपको ये सीखने में? ऑलमोस्ट 6 to 5 months। 6 to 5 months? यस। तो इतनी जल्दी कैसे सीखा? Oh, 6 to 5 months में आप गोल्ड ले आए, यस, क्या बात है, अनबिलीवेबल। अनबिलीवेबल। यस। तो और हमारे पास सिल्वर मेडलिस्ट हैं, आपने सिल्वर जीता, तो कैसा रहा आपका सफर? प्रथम मेरा बहुत अच्छा सफ़र था। पहले जब मैं राइफल करता था
उसके अंदर मेरा स्कोर स्टेबल हो गया था। जैसे सर ने बताया जब स्टेबल होता है स्कोर, बोर्ड जाते हैं, फिर सर ने मुझे कहा कि क्रॉस बो करो और आर्ची करो, तो मैंने आर्ची में स्टार्ट करा। तो फिर सर ने मुझे बोला कि ऐसे ऐसे मतलब आर्ची को बो को पकड़ते हैं, मतलब बेसिक बताए सारे। फिर मुझे थोड़ा इंटरेस्ट आने लग गया, तो इंटरेस्ट आने के साथ मेरा फिर मुझे प्रैक्टिस करने का मतलब दिल करने लगा कि ऐसे ऐसे करना है। फिर सर ने मुझे बोला कि मतलब जर्मनी के अंदर एक इंटरनेशनल कंपटीशन आ रहा है, उसके अंदर हमको पार्टिसिपेट करना है। तो फिर मैंने बोला हाँ जी कर लेते हैं, एक्सपीरियंस जाएगा। तो फिर मतलब हमारी 6 to 5 मंथ्स की प्रैक्टिस थी, ठीक है। तो सर ने हम बहुत सारे अच्छे अच्छे प्रोफेशनल टाइप के बो, एरोज़ और जो मतलब एक्स होती हैं यूज़ करते हैं आर्ची के अंदर, वो हमें कराई। और हम फॉरेन से मतलब इम्पोर्टेड सब चीज़ें हमको सर ने दी, और उसकी वजह से हमारा मेडल आ गया। इंडियन ओपन में भी हाँ, इंडियन ओपन के अंदर सर से डर लगता सिलेक्शन था? आई। नहीं नहीं लगता? नहीं सर, मतलब सर से डर लगता ही नहीं है किसी को? नहीं मतलब सर बहुत अच्छे हैं, मतलब मोटिवेट करते रहते हैं हमको, और जैसे हमें गलती होती है उसके अंदर हमको इम्प्रूवमेंट करते हैं। और स्कूल के टेक्निक्स, सर से डर लगता है? नहीं टेक्निक्स बताते हैं सर, मतलब ऐसे। अच्छा, तब आप भी शूटिंग से इसमें गए हैं? हाँ जी, हाँ जी। तो आपके लिए कितना डिफरेंट रहा ये? मेरे लिए वैसे कुछ था नहीं ऐसे, ये जैसे हम राइफल करते हैं उसके अंदर राइफल होती है, और जो मतलब आर्चरी है उसके अंदर बो होती है। फोकस हम सेम ही रखते हैं, और फोकस की वजह से मतलब शूटिंग में फोकस चाहिए होता है। और शूटिंग में हम मुझे 2 years की प्रैक्टिस हो चुकी है, नेशनल में खेल चुका हूँ, उसकी वजह से फोकस की मतलब वजह से आर्चरी में फोकस सेम होता है, तो उसके ज़्यादा 6 to 5 मंथ्स में अच्छा होने लग गया। आप सबसे ज्यादा किससे इंस्पायर थे? मैं अपने कोच से इंस्पायर था, और एक शूटर है अभिनव बिंद्रा, उससे बहुत इंस्पायर हुआ मैं। तो सर से आप मिले कैसे? सर से जैसे पहले मैं करता था, स्केटिंग करता था, मेरी गेम स्केटिंग थी। तो उसके अंदर फिर मैंने सोचा कि कुछ और गेम करते हैं, तो मैं सर के अंदर यहाँ पे एकेडमी खुली, तो मैंने ऐसे गया अंदर। फिर मैंने मम्मा को बोला मम्मा मुझे शूटिंग करनी है। फिर मैंने कहा, मम्मा ने बोला कि क्या करेगा शूटिंग करके। फिर मम्मा कहते कि मैंने बोला मम्मा मुझे आर्मी में जाना है, फिर इससे एडवांटेज होगा। फिर फिर मम्मा कहता हाँ अच्छा है, बात अच्छी बात है, तुम करना। फिर मैं सर से मिला, सर से बात हुई। फिर सर कहता है ये मम्मा इंस्टेंटली मान गए? हाँ, मेरे पेरेंट्स मतलब मेरे पेरेंट्स ने बहुत बहुत मोटिवेट करा कि ऐसे ऐसे करो, कहते कि जो तुम्हारा मन है वो करो। फिर मैंने सर से मिला, सर से हुई बातचीत, फिर ऐसे हुआ। क्या बात है। और पापा? पापा तो मेरे को जैसे पापा तो माने ही हुए थे। पापा तो माने थे, पापा कहते जो करना है कर लो। जो करना। और स्टडीज में कैसा है आपका? स्टडीज़ में जैसे कि स्कूल के अंदर जब समझाते हैं मैं अच्छे सुनता हूँ। उस जैसे घर पे आके इतना होता नहीं है, मेरे को टाइम 2-3 hours मिलता है घर पे आके स्टडी करने का। जो स्कूल में आके जब सीख जाता हूँ सब वहीं हो जाता है। ਸੋ ਹੁਣ ਸਾਡੇ ਨਾਲ ਨਿੱਕੇ ਜਿਹੇ ਸਰਦਾਰ ਜੀ ਵੀ ਮੌਜੂਦ ਨੇਗੇ ਜੋ ਕਿ ਬ੍ਰੌਂਜ਼ ਜਿੱਤ ਕੇ ਆਏ ਨੇ ਜਰਮਨੀ ਦੇ ਵਿੱਚ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ ਨੇ? ਵਧੀਆ ਜੀ। ਵਧੀਆ। ਹਾਂਜੀ। ਕਿੱਦਾਂ ਦਾ ਰਿਹਾ ਪਹਿਲਾਂ ਦਾ ਸਫ਼ਰ ਤੁਹਾਡਾ? ਹਾਂਜੀ ਮੇਰਾ ਸਫ਼ਰ ਬਹੁਤ ਅੱਛਾ ਰਿਹਾ ਜੀ। ਮੈਂ ਆਪਣਾ ਮੇਨ ਥੈਂਕਸ ਦੇਣਾ ਚਾਹੁੰਦਾ ਮੇਰੇ ਕੋਚ ਨੂੰ, ਪਰਵੇਜ਼ ਸਰ ਨੂੰ। ਉਹਨਾਂ ਦੇ ਕਾਰਨ ਹੀ ਮੈਂ ਇਸ ਮੁਕਾਮ ਤੇ ਪਹੁੰਚ ਸਕਿਆ ਜੀ। ਕਿੰਨੇ ਸਾਲ ਦੇ ਹੋ? ਹਾਂਜੀ ਮੈਂ 12 ਸਾਲ ਦਾ ਜੀ। ਤੁਸੀਂ 12 ਸਾਲ ਚ ਇੰਨੀਆਂ ਵੱਡੀਆਂ ਗੱਲਾਂ ਕਿੱਦਾਂ ਕਰ ਲੈਂਦੇ ਹੋ? ਬਸ ਜੀ ਸਕੂਲ ਕਾਰਨ ਵੀ। ਸਕੂਲ ਤੋਂ ਤੁਸੀਂ ਸ਼ਰਾਰਤਾਂ ਨਹੀਂ ਕਰਦੇ? ਨਹੀਂ ਜੀ। ਚਲੋ ਹੁਣ ਆਪਾਂ ਮੁੱਦੇ ਤੇ ਆਨੇ ਆ। ਕਿੱਦਾਂ ਦੇ ਗੇਮਸ ਦੇ ਵਿੱਚ ਕਿੱਦਾਂ ਦਾ ਰਿਹਾ ਹੈ ਨਾ? ਤੁਸੀਂ ਸਟਾਰਟਿੰਗ ਕਿੱਦਾਂ ਕੀਤੀ ਗੇਮਸ ਦੀ? ਹਾਂਜੀ 2 ਸਾਲ ਪਹਿਲਾਂ ਜੀ ਜਦ ਲੋਕਡਾਊਨ ਸੀਗਾ ਇੰਡੀਆ 'ਚ ਕੋਵਿਡ-19 ਦੇ ਕਾਰਨ ਬੱਚੇ ਸਾਰਾ ਦਿਨ ਜੀ ਘਰੇ ਬੈਠੇ ਰਹਿੰਦੇ ਸੀ। ਆਪਾਂ ਤਾਂ ਪਬਜੀ ਖੇਲਦੇ ਸੀ ਜੀ। ਮੇਰੀ ਮੰਮਾ ਵੀ ਮੇਰੇ ਤੋਂ ਤੰਗ ਸੀਗੇ ਜੀ, ਪਬਜੀ ਖੇਲਦੇ ਰਹੀਏ ਸਾਰਾ ਦਿਨ। ਮੇਰੇ ਮੰਮਾ ਨੇ ਸਰਚ ਕੀਤਾ ਜੀ ਗੂਗਲ ਤੇ, ਕਹਿੰਦੇ ਰਾਈਫਲ ਸ਼ੂਟਿੰਗ ਕਰਾਓ ਜੀ ਇਹਨੂੰ। ਆਪਾਂ ਸਰਚ ਕੀਤੀ। ਤੁਹਾਡਾ ਦਿਲ ਸੀਗਾ ਰਾਈਫਲ ਸ਼ੂਟਿੰਗ ਕਰਨ ਦਾ? ਹਾਂਜੀ ਮੇਰਾ PUBG ਖੇਡ ਕੇ ਬਣਿਆ ਸੀ? ਹਾਂਜੀ ਮੇਰਾ ਮਤਲਬ ਕਿ ਉਹ ਸੀਗਾ ਕਿ ਰਾਈਫਲ ਸ਼ੂਟਿੰਗ ਕਰਨੀ ਹੈ ਜੀ ਮੈਂ। ਹਾਂਜੀ ਫਿਰ ਮੰਮਾ ਨੇ ਸਰਚ ਕੀਤਾ ਜੀ ਗੂਗਲ ਤੇ ਕਿ ਨੀਅਰੈਸਟ ਰਾਈਫਲ ਸ਼ੂਟਿੰਗ ਰੇਂਜ ਕਿੱਥੇ ਜੀ, ਤੇ ਉੱਥੇ ਸਭ ਤੋਂ ਉੱਤੇ ਪਰਵੇਜ਼ ਸਰ ਦੀ ਰੇਂਜ ਦਾ ਨਾਮ ਆਇਆ ਜੀ, ਵੈਸ਼ਟ ਸ਼ੂਟਿੰਗ ਅਕੈਡਮੀ। ਤੇ ਉੱਥੇ ਮੇਰੀ ਮੰਮਾ ਮੈਨੂੰ ਲੈ ਕੇ ਗਈ ਜੀ, ਤੇ ਸਰ ਕਹਿੰਦੇ ਹਾਂਜੀ ਇੱਥੇ ਐਡਮਿਸ਼ਨ ਕਰਾ ਦਿਓ ਜੀ, ਇਹ ਵਧੀਆ ਸਿੱਖ ਲੇਗਾ ਜੀ। ਫਿਰ ਸਿੱਖ ਲਿਆ? ਹਾਂਜੀ ਦੋ ਫਿਰ ਸਾਲਾਂ ਮੈਂ ਚ ਸਿੱਖ ਲਿਆ? ਹਾਂਜੀ ਸ਼ੂਟਿੰਗ ਦੇ ਵਿੱਚ ਕਿੱਦਾਂ ਸਿੱਖਿਆ? ਕਿੱਥੇ ਕਿੱਥੇ ਗਏ? ਕਿੰਨੇ ਹਾਂਜੀ। ਮੈਡਲ ਜਿੱਤੇ? ਸ਼ੂਟਿੰਗ 'ਚ ਜੀ ਮੈਂ ਲਿਟਲ ਮਾਸਟਰ ਚੈਂਪਸ ਖੇਲਿਆ ਸੀ ਜੀ, ਉਹ ਪਟਿਆਲਾ 'ਚ ਹੋਏ ਸੀ ਜੀ। ਉਸ 'ਚ ਮੇਰਾ ਮੈਮ ਬ੍ਰੌਂਜ਼ ਮੈਡਲ ਆਇਆ ਸੀ। ਫਿਰ ਜੀ ਆਪਣਾ ਮੈਂ ਸਟੇਟ ਲੈਵਲ ਤੱਕ ਕੁਆਲੀਫਾਈ ਕੀਤਾ ਹੋਇਆ ਜੀ। ਮੈਂ ਪ੍ਰੀ ਨੈਸ਼ਨਲ ਤੱਕ ਗਿਆ ਹੋਇਆ 41st ਨੌਰਥ ਜ਼ੋਨ, ਉੱਥੇ ਵੀ ਮੈਂ ਖੇਲਿਆ ਹੋਇਆ ਜੀ। ਤੇ ਹੁਣ ਤੁਸੀਂ ਟ੍ਰੈਡੀਸ਼ਨਲ ਕੀ ਕਹਿੰਦੇ ਆ? ਆਰਚਰੀ। ਆਰਚਰੀਜ਼ ਹੈ ਨਾ? ਇੱਥੇ ਆਏ
ਹਾਂਜੀ ਫਿਰ ਕਿੰਨੇ ਟਾਈਮ ਲੱਗਿਆ ਇਹ ਸਿੱਖਣ ਨੂੰ? ਇਹ ਸਿੱਖਣ ਨੂੰ ਮੈਨੂੰ ਜੀ 5 ਤੋਂ 6 ਮਹੀਨੇ ਲੱਗੇ ਨੇ। ਬਸ 5-6 ਮਹੀਨੇ? ਹਾਂਜੀ ਬਸ? ਹਾਂਜੀ ਕੀ ਬਾਤ ਹੈ, ਇੰਨੀ ਜਲਦੀ ਕਿੱਦਾਂ ਸਿੱਖਿਆ? ਉਹ ਸਾਡਾ ਨਾ ਮੈਮ ਬੇਸ ਬਣਿਆ ਹੋਇਆ ਸੀ, ਕਿਉਂਕਿ ਜਿਹੜੀ ਸਾਡੀ ਰਾਈਫਲ ਸ਼ੂਟਿੰਗ ਹੁੰਦੀ ਹੈ ਨਾ ਜੀ, ਉਸ 'ਚ ਸਾਨੂੰ ਪ੍ਰੋਪਰ ਮੈਡੀਟੇਸ਼ਨ ਚਾਹੀਦੀ ਹੁੰਦੀ ਹੈ ਤੇ ਫਾਰਮੂਲਾ ਜਿਹੜਾ ਹੁੰਦਾ ਨਾ ਉਹ ਸੇਮ ਹੀ ਹੁੰਦਾ ਇਹਦਾ ਤੇ ਉਹਦਾ। ਕਿੱਦਾਂ ਤੁਸੀਂ ਮੈਡੀਟੇਸ਼ਨ ਕੀਤੀ? ਤੁਹਾਨੂੰ ਆਉਂਦੀ ਮੈਡੀਟੇਸ਼ਨ ਕਰਨੀ? ਹਾਂਜੀ ਮੈਮ, ਸ਼ਾਂਤੀਪੂਰਵਕ ਬਹਿ ਜਾਓ ਇੱਕ ਜਗ੍ਹਾ ਜੀ। ਹੈਂ? ਤੁਸੀਂ ਬੈਠ ਗਏ ਸੀ ਸ਼ਾਂਤੀਪੂਰਵਕ? ਹਾਂਜੀ ਤੇ ਜਦੋਂ ਤੁਸੀਂ ਵਾਪਸ ਆਏ ਹਾਂਜੀ। ਫਿਰ ਮੰਮੀ ਪਾਪਾ ਨੇ ਕਿੱਦਾਂ ਵੈਲਕਮ ਕੀਤਾ? ਹਾਂਜੀ, ਜਦੋਂ ਮੈਂ ਜੀ ਬ੍ਰੌਂਜ਼ ਜਿੱਤ ਕੇ ਆਇਆ ਤੇ ਮੰਮੀ ਪਾਪਾ ਜੀ ਬਹੁਤ ਖੁਸ਼ ਹੋਏ। ਉਹ ਮਤਲਬ ਮੈਨੂੰ ਮਿਲਣ ਆਏ ਜੀ। ਉਹਨਾਂ ਨੂੰ ਮਤਲਬ ਬਹੁਤ ਖੁਸ਼ੀ ਸੀਗੀ ਤੇ ਸਰ ਨੂੰ ਵੀ ਬਹੁਤ ਖੁਸ਼ੀ ਸੀਗੀ ਕਿ ਸਾਡੇ ਪੰਜਾਬ ਤੋਂ ਮਤਲਬ ਕਿ ਇੰਡੀਆ ਤੋਂ ਮੈਡਲ ਆਏ ਜੀ। ਪੰਜਾਬ ਨੇ ਮਤਲਬ ਫੇਰ ਬਾਜ਼ੀ ਮਾਰੀ, ਤੁਸੀਂ ਤਿੰਨਾਂ ਨੇ ਮਾਰਤੀ ਬਾਜ਼ੀ ਹੈ? ਹਾਂਜੀ ਤੇ ਢੋਲ ਵੱਜੇ ਫਿਰ? ਹਾਂਜੀ ਵੱਜੇ ਜੀ। ਹਾਂਜੀ ਭੰਗੜਾ ਪਾਇਆ? ਹਾਂਜੀ, ਉੱਥੇ ਪਾਇਆ ਕਿ ਇੱਥੇ ਪਾਇਆ? ਜਰਮਨੀ 'ਚ ਵੀ ਪਾਇਆ ਜੀ ਭੰਗੜਾ। ਲੈ, ਕਿਹੜੇ ਗਾਣੇ ਤੇ ਪਾਇਆ? ਆਪਾਂ ਜੀ ਪੰਜਾਬੀ ਗਾਣੇ ਲਾਤੇ ਸੀ ਜੀ ਢੋਲ ਉੱਥੇ। ਨਹੀਂ ਵਜਾਇਆ? ਉੱਥੇ ਮੈਮ ਢੋਲ ਨਹੀਂ ਵਜਾਇਆ। ਜਰਮਨੀ ਵਾਲੇ ਨਚਾਏ? ਹਾਂਜੀ, ਜਰਮਨ ਸਾਰੇ ਨੱਚੇ ਜੀ ਸਾਡੇ ਨਾਲ। ਅੱਛਾ, ਪੜ੍ਹਾਈ 'ਚ ਕਿੱਦਾਂ ਦੇ ਹੋ? ਹਾਂਜੀ ਮੈਮ ਠੀਕ ਹੀ ਹੈ ਠੀਕ ਹੀ ਹੈ। ਮੈਮ, ਟਾਈਮ ਘੱਟ ਮਿਲਦਾ ਨਾ ਐਕਚੁਅਲੀ ਕਿੰਨਾ time ਸਟੱਡੀ। ਮਿਲਦਾ? ਕੀ ਹੈ ਤੁਹਾਡਾ ਪੂਰੇ ਦਿਨ ਦਾ ਸ਼ਡਿਊਲ? ਮੈਮ ਦੇਖੋ ਜੀ, ਮੈਮ ਸਵੇਰੇ ਪਹਿਲਾਂ ਅਸੀਂ ਉੱਠ ਜਾਂਦੇ ਹਾਂ ਜੀ। ਮੈਮ ਥੋੜੀ ਬਹੁਤ ਮੈਮ ਕਈ ਵਾਰੀ ਐਕਸਰਸਾਈਜ਼ ਕਰ ਲੈਂਦੇ ਹਾਂ ਜੇ ਟਾਈਮ ਮਿਲ ਗਿਆ। ਫਿਰ ਮੈਮ ਆਪਾਂ ਸਵੇਰੇ ਮੈਮ 7:15 ਵਜੇ ਮੈਮ ਵੈਨ ਆ ਜਾਂਦੀ ਸਕੂਲ ਲਈ। ਮੈਮ ਆਪਾਂ ਸਕੂਲ ਚਲੇ ਜਾਂਦੇ। ਮੈਮ ਸਾਡੀ ਸਕੂਲੋਂ ਛੁੱਟੀ ਹੁੰਦੀ ਹੈ ਮੈਮ 2-2:30 ਵਜੇ। ਅਤੇ ਮੈਮ ਫਿਰ ਆਪਾਂ 3 ਵਜੇ ਘਰੇ ਪਹੁੰਚਦੇ ਹਾਂ। ਮੈਮ ਉਸ ਤੋਂ ਬਾਅਦ ਮੈਮ ਆਪਾਂ ਥੋੜੀ ਦੇਰ ਰੈਸਟ ਕਰਦੇ ਹਾਂ ਜੀ। ਅਤੇ ਆਪਾਂ ਮੈਮ 5 ਵਜੇ ਤੱਕ ਮੈਮ ਅਕੈਡਮੀ ਚਲੇ ਜਾਂਦੇ ਹਾਂ ਸ਼ੂਟਿੰਗ ਅਤੇ ਆਰਚਰੀ ਦੀ ਪ੍ਰੈਕਟਿਸ ਲਈ। ਅਤੇ ਫਿਰ ਮੈਮ ਆਪਾਂ ਰਾਤੀ ਆਉਂਦੇ ਮੈਮ ਥੋੜੀ ਦੇਰ ਸਟੱਡੀਜ਼ ਕਰ ਲੈਂਦੇ ਹਾਂ ਅਤੇ ਡਿਨਰ ਕਰਕੇ ਸੋ ਜਾਂਦੇ ਹਾਂ। ਥੱਕਦੇ ਨਹੀਂ? ਮੈਮ ਐਕਟਿਵ ਮੈਮ ਅਬ ਤਾਂ ਉਹ ਹੋ ਗਈ ਨਾ, ਆਦਤ ਹੋ ਗਈ ਹੈ। ਕੀ ਬਾਤ ਹੈ, ਕਿਹੜੀ ਕਲਾਸ 'ਚ ਹੋ? ਮੈਮ ਮੈਂ 7th 'ਚ ਹਾਂ। 7th ਵਿੱਚ ਹੋ ਤੇ ਹਾਂਜੀ। ਹੁਣ ਪੇਪਰ ਉੱਪਰ ਦਿੱਤੇ ਕਿ ਨਹੀਂ? ਹਾਂਜੀ ਮੈਂ ਦਿੱਤੇ ਨੇ ਜੀ ਪੇਪਰ ਜਾਣ ਤੋਂ ਪਹਿਲਾਂ। ਮੇਰੇ ਆਖਰੀ ਦਿਨ ਹੀ ਖਤਮ ਹੋਇਆ ਜੀ ਜਾਣ ਤੋਂ ਪਹਿਲਾਂ। ਕੀ ਬਾਤ ਹੈ, ਮਤਲਬ ਪਾਸ ਹੋ ਜਾਓਗੇ ਉਹਦੇ 'ਚ? ਹਾਂਜੀ ਮੈਮ, ਅੱਛੇ ਨੰਬਰ ਆਏ ਨੇ। ਕੀ ਬਾਤ ਹੈ, ਕਿੰਨੇ ਨੰਬਰ ਆਏ? ਮੈਮ ਪਰਸੈਂਟੇਜ ਮੈਮ 93% ਆਈ ਓ ਹੈ। ਮਾਈ ਗॉड, ਫਿਰ ਤਾਂ ਡਬਲ ਪਾਰਟੀ ਹੋਏਗੀ ਘਰੇ। ਹਾਂਜੀ ਹੈਂ? ਫਿਰ ਅਸੀਂ ਇੱਕ ਵਾਰ ਫਿਰ ਆਪਣੀ 골ਡ ਮੈਡਲਿਸਟ ਕੋਲ ਆਨੇ ਆ, ਜੋ ਕਿ ਬਹੁਤ ਘੱਟ ਬੋਲਦੀ ਹੈ ਪਰ ਜਿੱਤਿਆ 골ਡ ਹੈ। ਤੇ ਰੂਹਾਨਾ, ਹਾਂਜੀ ਤੁਸੀਂ ਆਪਣੇ ਬਾਰੇ ਕੁਝ ਥੋੜਾ ਬਹੁਤਾ ਦੱਸੋ। ਬੋਲਦੇ ਹੀ ਨਹੀਂ ਤੁਸੀਂ ਤਾਂ। ਥੋੜੀ ਕੁਛ ਆਇਆ ਪਰ ਹਾਂਜੀ ਚਾਹੇ ਉੱਥੇ ਕਿੱਦਾਂ ਦਾ ਸੀਗਾ ਫਿਰ? ਕਿਦਾਂ ਕਿੱਦਾਂ ਸੀ ਉੱਥੇ? ਕਿੱਦਾਂ ਦਾ ਲੱਗਿਆ ਖੇਡ ਕੇ? ਅਨਬਲੀਵੇਬਲ ਸੀ। ਬਹੁਤ ਕੁੜੀਆਂ ਸੀ ਜੋ ਮੇਰੇ ਨਾਲ ਕੰਪੀਟ ਕਰ ਰਹੇ ਸੀ। ਹੂੰ। ਤੇ ਮੈਨੂੰ ਥੋੜਾ ਕੁ ਪ੍ਰੈਸ਼ਰ ਆਇਆ ਸੀ, ਬਟ ਜੋ ਮੇਰੇ ਪੇਰੈਂਟਸ और सर ਸੀ ਉਹਨਾਂ ਨੇ ਬੋਲਿਆ ਕੁਝ ਨਹੀਂ ਹੁੰਦਾ, ਜੇ ਵੀ ਮੈਡਲ ਨਹੀਂ ਆਇਆ ਤੁਹਾਨੂੰ ਸਰਟੀਫਿਕੇਟ ਤਾਂ ਮਿਲ ਰਿਹਾ ਹੈ। ਇਸ ਲਈ ਤੇ ਅਪਸ ਐਂਡ ਡਾਊਨਸ ਕਿੱਦਾਂ ਦੇ ਹੋਏ ਉੱਥੇ ਤੁਹਾਡੇ ਨਾਲ? ਬਹੁਤ ਹੋਈ ਸੀ। ਮੇਰੀ ਬੋ ਖਰਾਬ ਹੋ ਗਈ ਸੀ ਇਨ ਬਿਟਵੀਨ, ਤੇ ਸਰ ਤੇ ਉਹਨਾਂ ਦੇ ਦੋਸਤ ਸੀਗੇ, ਉਹਨਾਂ ਨੇ ਮੈਨੂੰ ਬੋ ਦੇ ਨਾਲ ਹੈਲਪ ਕੀਤਾ ਸੀ। ਕਿਸ ਤਰ੍ਹਾਂ Fix। ਖਰਾਬ ਹੋ ਗਈ? ਉਹ ਉਸ ਦੀ ਜੋ ਸਟ੍ਰਿੰਗ ਸੀ ਉਹ ਖਰਾਬ ਹੋ ਗਈ ਸੀ, ਤਾਂ ਮੇਰੇ ਐਰੋ ਤੇ ਫਿਟ ਨਹੀਂ ਕਰਦੇ ਸੀ ਠੀਕ ਤਰ੍ਹਾਂ। ਤਾਂ ਫਿਰ ਸਰ ਨੇ ਹੈਲਪ ਕੀਤੀ ਸੀ ਉਹ ਸਟ੍ਰਿੰਗ ਨੂੰ ਸੈੱਟ ਕਰਨ ਲਈ। ਤੇ ਉਸ ਟਾਈਮ ਤੁਸੀਂ ਡਰ ਗਏ? ਹਾਂਜੀ ਡਰ ਲੱਗਿਆ? ਹਾਂਜੀ ਕਿੱਦਾਂ ਦਾ ਫੀਲ ਹੋਇਆ? ਬਹੁਤ ਨਰਵਸਨੈਸ ਕਿ ਮੈਂ ਕਿੱਦਾਂ ਕਰਾਂਗੀ। ਤੇ ਫਿਰ ਜਦੋਂ ਤੁਸੀਂ ਗਏ ਖੇਡਣ, ਹਾਂਜੀ ਉਸ ਟਾਈਮ ਕਿੰਨੀ एनर्जी ਲੈ ਕੇ ਗਏ ਫਿਰ? बहुत एनर्जी चाहिए सानू, क्योंकि वो फॉरेस्ट में जाते थे हम, तो फिर उधर थोड़ा को डेंजर होता था, बट मैंने मेट कर दिया था उसको कि हो गया। तो कितने मतलब आपके साथ कितने कॉम्पिटिटर्स थे? ओवर 700 पीपल थे उधर एंड 70 कंट्रीज। और कौन कौन सी कंट्रीज थे? बहुत ज़्यादा थे, पाकिस्तान एंड यूकेज, द अमेरिकाज एंड बहुत ज़्यादा थी। तो आपको डर नहीं लगा कि इतने सारे लोग हैं मेरे साथ, मेरे कॉम्पिटिटर्स, मैं कैसे कर पाऊंगी? नहीं, मैं इतनी भी नर्वस नहीं थी क्योंकि मेरे साथ थे पीपल जो मुझे कंफर्ट कर रहे थे। तो या कौन सी क्लास में हो आप? मैं 5th में हूँ। आपकी स्टडीज कैसी रही ना इस दौरान? सारा टाइम तो गेम्स में निकल जाता होगा ना? यस तो फिर स्टडीज कैसे करते हो? स्टडीज़ मेरी ट्यूशन होती थी इन बिटवीन शूटिंग जाने से पहले। तो एग्जाम्स? एग्ज़ाम्स मेरे स्किप करे, प्रिंसिपल मैम ने मुझे सपोर्ट करा, कहा कुछ नहीं होता, बाद में एग्ज़ाम्स दे सकते हो आप। अरे वाह, मैं मतलब स्कूल का पूरा सपोर्ट है आपको? यस जो जैसे अभी हम बात कर रहे थे ना कि 6 मंथ्स में आपने ये सीखा, कैसे सीखा?
हम जाते थे SRS कॉलेज में, उधर प्रैक्टिस होती थी हमारी ऑलमोस्ट 2 आवर्स, तो उधर से प्रैक्टिस करते थे फिर घर जाते थे। कैसे करते थे? मतलब 2 आवर्स में प्रैक्टिस की, 6 महीने तक सीखे, Yes. उसके बाद गोल्ड जीत लिया। यस। और कुछ बताओ हमें अपने बारे, हमारी ऑडियंस वेट कर रही है। उधर जाते पानी पीना है? नहीं, ठीक हूँ मैं। उधर जाके बहुत, जर्मनी में जाके थोड़ा को प्रेशर आ रहा था, बट फिर हमने उधर ट्रिप करा सारा, फिर थोड़ी को कंफर्टनेस आ गई थी जर्मन की, कि जर्मन लोग कैसे हैं, कैसे कितने कैसे नाइस हैं? हैं। वो बहुत नाइस होते हैं। मैंने फ्रेंड्स बनाए थे मेरे ग्रुप में एंड वो सारे जर्मन थे, बट उनको इंग्लिश आती थी, तो मैंने उनके साथ फ्रेंडशिप बना ली थी थोड़ी थोड़ी। क्या बात है। अब बन गए फ्रेंड्स? अब होती है बात उनसे? एक्चुअली नहीं, अब उनका नंबर वगैरह है नहीं। आपने नंबर नहीं एक्सचेंज किए? नहीं, उधर बिजी होते थे, उधर फोन्स नहीं अलाउड होते अच्छा, आप थे। खेलने जाते हो कहाँ? फ्रेंड्स के साथ? यस, जाते हो? टाइम मिलता है आपको? इतना टाइम आपका नहीं schedule मिलता। क्या है पूरे दिन का? मैं सुबह उठती हूँ, स्कूल जाती हूँ, फिर स्कूल से वापस आके मम्मा के ऑफिस में पहुँचती हूँ बस से। उसके बाद मेरा ट्यूशन स्टार्ट हो जाता है लाइक सडनली, एंड देन ट्यूशन के बाद मैं शूटिंग जाती हूँ। शूटिंग मेरी 6 बजे एंड होती है। उसके बाद घर में पहुँच जाती हूँ 7 बजे, रेस्ट लेके फ़ोन देख के थोड़ा को डिनर खा के सो जाती थी। Yes, थक जाते थे? थक जाती थी, हाँ। जाते थे। कोच के साथ मजा आता था? हाँ, बहुत मजा आता था। कितने स्टूडेंट्स हैं आपके साथ वहाँ पे? उधर बहुत ज़्यादा स्टूडेंट्स हैं। बहुत ज्यादा स्टूडेंट्स हैं। तो आपने बाजी मार ली, है ना? अंदर जब आप गए हो एकेडमी में, तो वहाँ कैसे वेलकम हुआ? केक वेक कट किया? वैसे अभी एकेडमी में मैं गई नहीं। गए नहीं, अब जाओगे? हाँ। क्या कहना चाहोगे हमारे जो छोटे छोटे बच्चे हैं, है ना, जो आपकी तरह ही ऐसे खेलना चाह रहे हैं, जीतना चाह रहे हैं, पर डर रहे हैं? क्या कर बोल सकते हो आप कुछ भी। कुछ भी कर सकते हो। तो सरदार जी ਤੁਸੀਂ ਕੀ ਕਹੋਗੇ? ਜੇ ਤੁਹਾਡੇ ਅੰਦਰ ਜਿਗਰ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਜੀ। क्या बात है। ਤੁਸੀਂ ਮੈਨੂੰ ਅੱਜ ਸਨੀ ਦਿਓਲ ਵਾਲੀ ਫੀਲ ਦਵਾਈ ਬੋਲ ਕੇ। ਸਨੀ ਦਿਓਲ ਨੂੰ ਦੇਖਦੇ ਹੋ ਤੁਸੀਂ? ਨਹੀਂ ਦੇਖਦੇ? ਇੱਕ ਵਾਰ ਨਹੀਂ ਜੀ। हैं? ते प्रथम ਤੁਸੀਂ ਬੜੇ ਚੁੱਪ ਚੁੱਪ ਹੋ। मैं ऐसे ही हूँ। ਐਸੇ ਹੀ ਹੋ? ਕੁਝ ਤਾਂ ਬੋਲੋ। ਦੱਸੋ ਆਪਣੇ ਬਾਰੇ ਦੱਸੋ, ਤੁਹਾਡਾ ਕੀ ਰਿਹਾ ਸ਼ੈਡਿਊਲ ਸਾਰਾ? मेरा शेड्यूल ऐसे है कि मैं सुबह उठता हूँ, मेरे पापा जो हैं वो मतलब मुझे मेडिटेट कराते हैं, एक्सरसाइज कराते हैं। उसके बाद मैं फ्रेश फ्रूश होके अपने स्कूल के लिए होता हूँ तैयार। फिर जब स्कूल से वापस आता हूँ, फिर मैं हाफ एन आवर रेस्ट करता हूँ। उसमें मैं मतलब डिनर मतलब लंच करता हूँ। फिर उसके बाद मैं जाता हूँ ट्यूशन में 2.5 आवर मैं करता हूँ। और उसके बाद मैं सीधा आता हूँ एकेडमी के अंदर, राइफल की प्रैक्टिस करता हूँ उसके अंदर। उसके बाद मेरी होती है 7:30 to 9 अपनी प्रैक्टिस होती है। उसके बाद मैं घर आता हूँ, डिनर करता हूँ, फिर अपनी रिविज़न करता हूँ, होमवर्क करता हूँ स्कूल का, फिर सो जाता हूँ। सही है। थकते नहीं हो? थक जाता हूँ। थक जाते हो? ਸਰ ਤੁਸੀਂ ਦੱਸੋ, ਮਤਲਬ ਇਹਨਾਂ ਬੱਚਿਆਂ ਦੇ ਨਾਲ ਸਾਰਾ ਦਿਨ ਹੈ ਨਾ ਹੁੰਦਾ ਹੈ ਇੱਕ, ਤੁਹਾਡੇ ਕੋਲ ਟੋਟਲ ਕਿੰਨੇ ਬੱਚੇ ਨੇ ਇਸ ਟਾਈਮ ਅਕੈਡਮੀ ਦੇ? ਮੇਰੇ ਕੋਲ ਜੀ ਅਰਾਊਂਡ 145 ਦੇ ਅਰਾਊਂਡ ਬੱਚੇ ਆ ਜੀ, ਪੂਰੇ ਨਾਰਥ ਵਿੱਚੋਂ ਸਾਡੀ ਅਕੈਡਮੀ ਨੰਬਰ 1 ਤੇ ਆ ਜੀ। ਤੇ ਇਹ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਲੈ ਕੇ ਗਏ, ਕਿਸ ਤਰ੍ਹਾਂ ਸਿਲੈਕਸ਼ਨ? ਮਤਲਬ 6 ਮਹੀਨੇ ਚ ਹੀ ਸਿੱਖੇ, 6 ਮਹੀਨੇ ਚ ਉੱਥੇ ਤੱਕ ਐਕਚੁਅਲੀ 6 ਮੰਥ ਨਹੀਂ ਜੀ, ਇਹਨਾਂ ਦਾ ਬੇਸ ਜਿਹੜਾ ਸੀਗਾ 2 ਸਾਲ ਤੋਂ बढ़ਦਾ ਆ ਰਿਹਾ ਹੈ। ਤੇ ਇੱਕ ਮਜ਼ੇਦਾਰ ਗੱਲ ਹੋਰ ਹੈ, ਅਸੀਂ ਸ਼ੂਟਿੰਗ ਦੇ ਨਾਲ ਨਾਲ ਜਿਹੜਾ ਹੈਗਾ ਇਹਨਾਂ ਬੱਚਿਆਂ ਨੂੰ ਇੱਕ ਕ੍ਰੋਸਬੋ ਸ਼ੂਟਿੰਗ ਹੁੰਦੀ ਹੈ ਜੀ। ਉਹ ਰਾਈਫਲ ਦੇ ਵਿੱਚ ਬੋ ਪੈਂਦਾ, ਤੀਰ ਪੈਂਦਾ ਜੀ ਉਹ, ਤੇ ਉਹ ਫੋਰਨ 'ਚ ਖੇਡੀ ਜਾਂਦੀ ਹੈ ਅਮਰੀਕਾ 'ਚ। ਮੇਰੇ ਉਹਦੇ ਵਿੱਚ 18 ਇੰਟਰਨੈਸ਼ਨਲ ਟੂਰ ਹੈ। ਆਈ ਐਮ ਦੀ ਫਰਸਟ ਇੰਟਰਨੈਸ਼ਨਲ ਜੱਜ। ਮੈਂ ਵਰਲਡ ਕ੍ਰੋਸਬੋ ਦਾ ਪਹਿਲਾ ਇੰਟਰਨੈਸ਼ਨਲ ਜੱਜ ਵੀ ਹੈ ਜੀ, ਤੇ ਵਰਲਡ ਦੇ ਵਿੱਚ ਜਿੱਥੇ ਟੂਰਨਾਮੈਂਟ ਹੁੰਦਾ ਮੈਂ ਜਾ ਕੇ ਜੱਜਿੰਗ ਵੀ ਕਰਦਾ। ਸੋ ਇਹਨਾਂ ਨੂੰ ਮੈਂ ਇਹਦੇ ਨਾਲ ਉਹ ਵੀ ਕਰਵਾਉਂਦਾ ਸੀਗਾ। ਸੋ ਇਹਨਾਂ ਨੂੰ ਤਾਂ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ ਵੀ ਅਸੀਂ ਇਸ ਗੇਮ 'ਚ ਨਹੀਂ ਹੋਇਆ, ਕਿਉਂਕਿ ਸ਼ੂਟਿੰਗ ਤੇ ਕ੍ਰੋਸਬੋ ਸ਼ੂਟਿੰਗ ਆਲਰੇਡੀ ਪਹਿਲੇ ਕਰਦੇ ਸੀਗੇ। ਸੋ ਇਹਨਾਂ ਨੂੰ ਟ੍ਰੈਡੀਸ਼ਨਲ ਆਰਟ 'ਚ ਕਰਨ ਲੱਗੇ, ਪੈਰ ਜਮਾਉਣ ਲੱਗੇ, ਟਾਈਮ ਨਹੀਂ ਲੱਗਿਆ ਜੀ। ਬਹੁਤ ਜਲਦੀ ਇਹਨਾਂ ਨੇ ਪੈਰ ਜਮਾ ਲਿਆ ਆਪਣੇ ਜੀ। ਤੇ ਸਰ ਮੈਂ ਦੇਖਦੀ ਪਈ ਆ ਜਿਹੜੀ ਸਾਡੀ 골ਡ ਮੈਡਲਿਸਟ ਹੈ ਬਹੁਤ ਘੱਟ ਬੋਲਦੀਆਂ ਨੇ, ਉਹ ਬੋਲਦੇ ਨਹੀਂ ਅਕੈਡਮੀ 'ਚ, ਥੋੜਾ ਬੋਲੋ। ਹਾਂ ਕੀ ਅਸੀਂ ਏਦਾਂ ਹੀ ਹੈ ਕਿ ਸਾਡੇ ਨਾਲ ਹੀ ਏਦਾਂ ਹੈ? ਬਾਕੀ ਦੇਖੋ ਜੀ ਸੁਭਾਅ ਹੁੰਦਾ ਬੱਚਿਆਂ ਦਾ, ਤੇ ਪਰ ਸਾਡੇ ਜਿਹੜੇ ਬੱਚੇ ਹੈਗੇ ਪੰਜਾਬ ਦੇ ਬੱਚੇ ਜਿਹੜੇ ਸਾਡੇ ਨਾਲ ਟੀਮ 'ਚ ਗਏ ਸੀਗੇ, ਤੇ ਸਾਰਿਆਂ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਜੀ, ਤੇ ਸਾਰੇ ਬਹੁਤ ਨਾਈਸ ਪਰਸਨ ਹੈ ਜੀ ਸਾਰੇ। ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਵਿਊਅਰਸ ਨੇ, ਹੈ ਨਾ, ਜਿਹੜੇ ਛੋਟੇ ਨਿੱਕੇ ਨਿੱਕੇ ਬੱਚੇ ਨੇ ਪਰ ਉਹ
ਸ਼ਾਇਦ ਡਰਦੇ ਨੇ, ਸਾਡੇ ਪੇਰੈਂਟਸ ਨੂੰ ਲੱਗਦਾ ਹੈ ਦੇਖ- ਕਿ ਸਕੋਪ ਅੱਗੇ ਬਣੇ ਨਾ ਬਣੇ, ਹੈ ਨਾ, ਇਹ ਚੀਜ਼ ਦਾ ਡਰ ਹੁੰਦਾ ਹੈ। ਨਹੀਂ ਜੀ, ਨਹੀਂ, ਮੇਰਾ ਤਾਂ ਦੇਖੋ ਜਿਹੜਾ ਮੇਰਾ ਲਾਈਫ ਦਾ ਤਜਰਬਾ ਹੈਗਾ ਜੀ ਸਪੋਰਟਸ ਦੇ ਵਿੱਚ, ਮੈਨੂੰ 20-22 ਸਾਲ ਹੋ ਗਏ ਸਪੋਰਟਸ ਕਰਦੇ ਹੋਏ। ਮੇਰਾ ਤਾਂ ਬੱਚੇ ਨੂੰ ਇਹੀ ਕਹਿਣਾ ਹੈਗਾ, ਜਿਵੇਂ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ, ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਉਹ ਫੋਰਨ ਦੇ ਵਿੱਚ ਜਾ ਰਹੇ ਆ ਸਹਿਣਾ, ਉੱਥੇ ਜਾ ਕੇ ਤੁਸੀਂ ਉੱਥੇ ਕੰਮ ਕਰ ਰਹੇ ਹੋ, ਲੇਬਰ ਵਰਕ ਕਰ ਰਹੇ ਹੋ, ਹੈ ਨਾ। ਜੇ ਤੁਸੀਂ ਇਹੀ ਇੱਥੇ ਆਪਣੇ 5-6 ਸਾਲ ਆਪਣੇ ਜਿਹੜੇ ਸ਼ੂਟਿੰਗ ਦੇ ਵਿੱਚ, ਆਰਚਰੀ ਦੀ ਅੱਛੀ ਹੋਰ ਸਪੋਰਟਸ ਵਿੱਚ ਹੈ, ਤੁਸੀਂ ਸਪੋਰਟਸ ਨੂੰ ਦੇਵੋ ਤਾਂ ਤੁਹਾਡਾ ਫਿਊਚਰ ਇੱਥੇ ਵੀ ਬਹੁਤ ਬ੍ਰਾਈਟ ਹੈ। ਕਿਉਂਕਿ ਅੱਜ ਕੱਲ੍ਹ ਸਾਡੇ ਸਰਕਾਰਾਂ ਜਦੋਂ ਅਸੀਂ ਸ਼ੂਟਿੰਗ ਮੈਂ ਗੇਮ ਕਰਦਾ ਸੀਗਾ ਜੀ ਪਹਿਲੇ, ਸਾਡੇ ਟਾਈਮ ਵੇਲੇ ਇੰਨੀ ਫੈਸਿਲਿਟੀਜ਼ ਨਹੀਂ ਹੁੰਦੀਆਂ ਸੀਗੀਆਂ, ਬਟ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਫੈਸਿਲਿਟੀਜ਼ ਹੈ। ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ, ਉਹਨਾਂ ਨੇ ਵੀ ਬਹੁਤ ਹੀ ਜ਼ਿਆਦਾ ਸਪੋਰਟਸ ਨੂੰ ਪ੍ਰਮੋਟ ਕਰ ਰਿਹਾ। ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਵੀ ਉਹ ਅੱਛੀ ਸਕੀਮਸ ਦੇ ਰਹੇ ਬੱਚਿਆਂ ਨੂੰ, ਲਾਈਕ ਜਿਵੇਂ ਹੁਣ ਖੇਲੋ ਇੰਡੀਆ ਸਕੂਲ, ਖੇਲੋ ਇੰਡੀਆ ਗੇਮਸ ਉਹਨਾਂ ਨੇ ਸ਼ੁਰੂ ਕਰਵਾਈ ਹੈ, ਤੇ ਜਿਹੜੇ ਉਹਦੇ ਵਿੱਚੋਂ ਟੌਪ 20 ਵਿੱਚ ਆ ਜਾਂਦੇ ਉਹਨਾਂ ਨੂੰ 40 ਲੱਖ ਰੁਪਏ ਸਰਕਾਰ ਵੱਲੋਂ ਮਿਲ ਰਿਹਾ ਜੀ, ਹੈ ਨਾ। ਸੋ ਉਹਨਾਂ ਦਾ ਬਹੁਤ ਅੱਛਾ ਕੈਰੀਅਰ ਬੱਚਿਆਂ ਦੇ, ਮੇਰੇ ਕਈ ਬੱਚੇ ਜਿਹੜੇ ਹੈਗੇ ਜੀ ਹੁਣ ਇਸ ਸਮੇਂ ਗਵਰਨਮੈਂਟ ਜੋਬ ਦੇ ਵਿੱਚ ਗਸਟਡ ਪੋਸਟ ਤੇ ਲੱਗ ਚੁੱਕੇ ਆ। ਪੰਕਜ ਮੁਖੇਜਾ ਹੈਗਾ ਜੀ ਇੰਡੀਆ ਦੇ ਵਿੱਚ ਟੌਪ ਤੇ ਚੱਲ ਰਿਹਾ 0.22 3P ਪੋਜੀਸ਼ਨ ਦੇ ਵਿੱਚ। ਉਸ ਤੋਂ ਬਾਅਦ ਹੁਣ ਇੱਕ ਅਰਜੁਨ ਚੀਮਾ ਮੇਰਾ ਸਟੂਡੈਂਟ ਹੈ ਜੀ, ਉਹ ਹੁਣ ਏਸ਼ੀਅਨ ਗੇਮਸ ਵਾਸਤੇ ਸਿਲੈਕਟ ਹੋ ਗਿਆ। ਔਰ ਕਈ ਅਸੀਂ ਜਿਹੜੇ ਅਕੈਡਮੀ ਵੱਲੋਂ ਅਸੀਂ ਸ਼ੂਟਰਸ ਜਿਹੜੇ ਆ ਔਰ ਆਰਚਰਸ ਅਸੀਂ ਪੈਦਾ ਕੀਤੇ ਇੰਟਰਨੈਸ਼ਨਲ। ਸੋ ਮੇਰਾ ਇਹੀ ਕਹਿਣਾ ਹੈਗਾ ਵੀ ਜਿਹੜੇ ਤੁਸੀਂ ਬੱਚੇ ਆਪਣੇ +2 ਕਰਨ ਤੋਂ ਬਾਹਰ ਜਾ ਰਹੇ ਹੋ, ਤੁਸੀਂ ਇੱਥੇ ਮਿਹਨਤ ਕਰੋ, ਆਪਣੇ ਭਵਿੱਖ ਨੂੰ ਉਜਵਲ ਕਰੋ। ਸਪੋਰਟਸ ਦੇ ਵਿੱਚ ਆਉਣ ਵਾਲੇ 5-10 ਸਾਲਾਂ ਵਿੱਚ ਬਹੁਤ ਬੈਨੀਫਿਟਸ ਤੁਹਾਨੂੰ ਮਿਲੇਗਾ। ਸੋ ਬਿਲਕੁਲ ਸਾਡੇ ਨਾਲ ਇੱਥੇ ਕੁਝ ਬੱਚੇ ਮੌਜੂਦ ਸੀਗੇ ਨਿੱਕੇ ਨਿੱਕੇ, ਜਿਨ੍ਹਾਂ ਨੇ ਕਾਫੀ ਜ਼ਿਆਦਾ ਦੇਖਿਆ ਸੀ, ਗੱਲਬਾਤ ਕੀਤੀ, ਮਿਹਨਤ ਦੇ ਨਾਲ ਇੱਥੋਂ ਤੱਕ ਇੱਕ ਮੁਕਾਮ ਹਾਸਲ ਕੀਤਾ ਤੇ ਵਿਦੇਸ਼ਾਂ ਦੀ ਧਰਤੀ ਤੇ ਝੰਡੇ ਰਿਗਾੜ ਕੇ ਆਏ ਨੇ ਇੰਡੀਆ ਦਾ, ਤੇ ਪੰਜਾਬ ਦਾ ਨਾਮ ਜੋ ਰੌਸ਼ਨ ਕੀਤਾ ਹੈ ਉਹ ਵੱਖ। ਤੇ ਕਾਫੀ ਇਹਨਾਂ ਦਾ ਸ਼ਡਿਊਲ, ਜੇ ਅਸੀਂ ਗੱਲ ਕਰੀਏ, ਇੱਕ 11 ਸਾਲ 12 ਸਾਲ 14 ਸਾਲ ਨਿੱਕੇ ਨਿੱਕੇ ਬੱਚੇ ਨੇ, ਤੇ ਕਾਫੀ ਜਿਹੜਾ ਦੇਖਿਆ ਇਹਨਾਂ ਦੀ ਮਿਹਨਤ ਔਰ ਲਗਨ ਨੇ ਜੋ ਰੰਗ ਲਿਆ ਹੈ, ਤੇ ਅੱਜ 골ਡ ਸਿਲਵਰ ਤੇ ਬ੍ਰਾਊਨਜ਼ ਜਿਹੜਾ ਹੈ ਪੰਜਾਬ ਦੇ ਨਾਮ, ਸਭ ਤੋਂ ਵੱਡੀ ਗੱਲ ਕੀਤੀ ਜਾਵੇ ਇੰਡੀਆ ਦੇ ਨਾਮ ਜਿਹੜਾ ਹੈ ਲੈ ਕੇ ਆਏ ਨੇ। ਇੰਨੇ ਸਾਰੇ ਬੱਚਿਆਂ ਨੂੰ ਹਰਾ ਕੇ, ਇੰਨੇ ਸਾਰੇ ਲੋਕਾਂ ਨੂੰ ਹਰਾ ਕੇ ਇੱਥੋਂ ਤੱਕ ਪਹੁੰਚਣਾ ਕਿੰਨੀ ਮਿਹਨਤ ਲੱਗਦੀ ਹੋਏਗੀ ਤਾਂ ਸਾਰੇ ਹੀ ਸਮਝ ਸਕਦੇ ਨੇ। ਤੇ ਅਸੀਂ ਲਗਾਤਾਰ ਗੱਲਬਾਤ ਕੀਤੀ, ਤੇ ਕੋਚ ਦੀ ਜੇ ਅਸੀਂ ਗੱਲ ਕਰੀਏ, ਕਾਫੀ ਜ਼ਿਆਦਾ ਉਹਨਾਂ ਨੇ ਸਾਨੂੰ ਸਹੀ ਤੇ ਸੱਚੀਆਂ ਗੱਲਾਂ ਦੱਸੀਆਂ, ਕਿਸ ਤਰ੍ਹਾਂ ਦੀ ਮਿਹਨਤ ਦੇ ਨਾਲ ਕਿੱਥੋਂ ਤੱਕ ਅਚੀਵ ਕੀਤਾ ਜਾ ਸਕਦਾ ਹੈ। ਕਿੱਦਾਂ ਲੱਗਿਆ ਤੁਹਾਨੂੰ ਇਹ ਗੱਲਬਾਤ, ਕਿੱਦਾਂ ਲੱਗਿਆ ਤੁਹਾਨੂੰ ਇਹ ਸਫ਼ਰ, ਸਾਨੂੰ ਜ਼ਰੂਰ ਦੱਸਿਓ। ਤੇ ਇਦਾਂ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।